ਚੱਲ ਰਹੀ ਲੜੀਵਾਰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਮੁਬਾਰਕ ਕਥਾ, ਜਿਸ ਕਥਾ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਕਿਵੇਂ ਗੁਰਸਿੱਖਾਂ ਨੂੰ ਪਾਵਨ ਉਪਦੇਸ਼ ਬਖਸ਼ ਰਹੇ ਨੇ, ਤਿਨਾਂ ਦਾ ਲੜੀਵਾਰ ਆਪ ਇਤਿਹਾਸ ਸਰਵਣ ਕਰ ਰਹੇ ਹੋ। ਪਿਛਲੇਰੇ ਦੀਵਾਨਾਂ ਵਿੱਚ ਜਿਵੇਂ ਆਪ ਜੀ ਨੇ ਸਰਵਣ ਕੀਤਾ, ਭਾਈ ਜੀਵਾ ਨਾਮ ਦਾ ਸਿੱਖ ਹੈ, ਗੁਰੂ ਚਰਨਾਂ ਵਿੱਚ ਆਇਆ, ਮਾਲਕ ਨੇ ਕਿਰਤਾਰਥ ਕੀਤਾ ਹੈ। ਉਸ ਤੋਂ ਬਾਅਦ ਭਾਈ ਗੁੱਜਰ ਲੋਹਾਰ ਉਹ ਵੀ ਗੁਰੂ ਚਰਨਾਂ ਵਿੱਚ ਆਉਂਦਾ ਹੈ ਤੇ ਆ ਕੇ ਅਰਜ਼ੋਈ ਕਰਦਾ ਹੈ, ਸਤਿਗੁਰੂ ਗ੍ਰਸਤੀ ਜੀਵਨ ਵਿੱਚ ਅਸੀਂ ਜਿਹੜਾ ਹੈ ਇਤਨੇ ਉਲਝੇ ਹੋਏ ਹਾਂ, ਸੰਸਾਰਕ ਜੰਜਾਲਾਂ ਦੇ ਵਿੱਚ ਇਸ ਪ੍ਰਕਾਰ ਫਸੇ ਹੋਏ ਹਾਂ ਕਿ ਅਸੀਂ ਤੁਹਾਡੀ ਜਿਹੜੀ ਸੇਵਾ ਆ ਕੇ ਕਰ ਨਹੀਂ ਸਕਦੇ। ਚਿੱਤ ਤੇ ਬੜਾ ਕਰਦਾ ਹੈ ਕਿ ਅਸੀਂ ਸੇਵਾ ਕਰੀਏ, ਕੁਝ ਦਿਨ ਰਹੀਏ, ਤੁਹਾਡੇ ਚਰਨ ਪਰਸੀਏ, ਤੁਹਾਡੇ ਦੀਦਾਰ ਕਰੀਏ, ਪਰ ਇਹ ਸੰਸਾਰਕ ਜੰਜਾਲਾਂ ਤੋਂ ਜਿਹੜਾ ਛੁਟਕਾਰਾ ਨਹੀਂ ਮਿਲਦਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਰਤਕਾਰ ਦੇ ਵਿੱਚ ਦਿਨ ਨਿਕਲ ਜਾਂਦਾ ਹੈ ਤੇ ਉਪਦੇਸ਼ ਦੇ ਦਿਓ ਕਿ ਕਿਰਤਕਾਰ ਕਰਦਿਆਂ ਹੋਇਆਂ ਤੁਹਾਡੀ ਅਸੀਂ ਬੰਦਗੀ ਕਰ ਸਕੀਏ, ਤੁਹਾਡੀਆਂ ਅਸੀਸਾਂ ਲੈ ਸਕੀਏ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ। ਸਤਿਗੁਰੂ ਜੀ ਕਹਿਣ ਲੱਗੇ, ਅਸਲ ਦੇ ਵਿੱਚ ਤੁਸੀਂ ਜਿਹੜਾ ਹੈ ਜੋ ਉਪਦੇਸ਼ ਦਿੱਤਾ ਜਾ ਰਿਹਾ ਹੈ ਉਹਨੂੰ ਤੁਸੀਂ ਕਮਾਉਣਾ ਹੈ। ਜਿਵੇਂ ਆਪਾਂ ਪਰਸੋਂ ਸਮਝਿਆ ਸੀ, ਭਾਈ ਗੁੱਜਰ ਲੋਹਾਰ ਨੂੰ ਮਾਲਕ ਨੇ ਉਪਦੇਸ਼ ਦਿੱਤਾ ਕਿ ਚਿੱਤ ਲਾ ਕੇ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਜਿੰਨਾ ਹੋ ਸਕੇ ਉਤਨਾ ਪੜੋ, ਭਾਵ ਵੱਧ ਤੋਂ ਵੱਧ ਜਿਤਨਾ ਪੜ ਸਕਦੇ ਹੋ ਪੜੋ। ਤੇ ਜੇ ਕੋਈ ਅਸਲ ਦੇ ਵਿੱਚ ਗਰੀਬ ਦਿਖੇ, ਉਸ ਗਰੀਬ ਦੀ ਸੇਵਾ ਜਿਹੜੀ ਹੈ ਮਜ਼ਦੂਰੀ ਤੋਂ ਬਿਨਾਂ ਕਰਨੀ ਹੈ। ਪਿੱਖੋ ਗਰੀਬ ਕਾਜ ਕਰ ਦੀਜੈ, ਨਹਿ ਤਿਸ ਨਿਕਟ ਮਜੂਰੀ ਲੀਜੈ। ਉਸ ਤੋਂ ਬਾਅਦ ਫਿਰ ਜਪਜੀ ਦੇ ਅਰਥ ਜਿਹੜੇ ਨੇ ਉਹ ਵਿਚਾਰ ਕੇ ਪੜ੍ਹਨੇ ਨੇ। ਸਵਾਸ ਸਵਾਸ ਪਰਮਾਤਮਾ ਦਾ ਸਿਮਰਨ ਕਰਨਾ ਹੈ ਤੇ ਭਲੇ ਕਰਮ ਕਰੋ, ਗਰੀਬਾਂ ਤੇ ਦਇਆ ਕਰੋ, ਜੋ ਵੀ ਹੱਥੀਂ ਕਮਾਈ ਕਰਦੇ ਹੋ ਉਹਦਾ ਦਸਵੰਧ ਕੱਢੋ। ਆਦਿਕ ਇਹੋ ਜਿਹੇ ਉਪਦੇਸ਼ ਮਾਲਕ ਨੇ ਦਿੱਤੇ ਨੇ ਤੇ ਭਾਈ ਗੁੱਜਰ ਲੋਹਾਰ ਇਹਨਾਂ ਉਪਦੇਸ਼ਾਂ ਨੂੰ ਕਮਾਉਣ ਲੱਗਾ ਹੈ। ਤੇ ਇੱਕ ਦਿਨ ਐਸਾ ਆਇਆ ਕਿ ਇੱਕ ਜਿਹੜਾ ਹੈ ਅਸਲ ਦੇ ਵਿੱਚ ਉੱਥੋਂ ਦਾ ਕਹਿ ਲਓ ਰਾਜਾ, ਜਿਹਨੇ ਰੱਬ ਰੰਗੀਆਂ ਰੂਹਾਂ ਨੂੰ ਕੈਦ ਕੀਤਾ ਹੋਇਆ ਸੀ, ਤੇ ਅਸਲ ਦੇ ਵਿੱਚ ਜਦੋਂ ਉਹ ਉਹਨਾਂ ਰੂਹਾਂ ਨੂੰ ਕੈਦ ਤੋਂ ਛੱਡਿਆ ਹੈ, ਉਹਨਾਂ ਦੇ ਗਲਾਂ ਦੇ ਵਿੱਚ ਜੰਜੀਰਾਂ ਸਨ, ਸੰਗਲ ਸਨ। ਤੁਰਦੇ ਤੁਰਦੇ ਉਹ ਭਾਈ ਗੁੱਜਰ ਲੋਹਾਰ ਦੇ ਘਰ ਆਏ ਨੇ ਤੇ ਕਹਿਣ ਲੱਗੇ, ਕਿਰਪਾ ਕਰਕੇ ਇਹ ਜੰਜੀਰਾਂ ਨੂੰ ਤੁਸੀਂ ਕੱਟ ਦਿਓ, ਪਰਮਾਤਮਾ ਤੁਹਾਡੀਆਂ ਜਮਾਂ ਦੀਆਂ ਫਾਹੀਆਂ ਕੱਟ ਦੇਗਾ। ਪ੍ਰਭੂ ਨਬਿਤ ਦੇਹ ਬੰਧਨ ਕਾਟ, ਤੁਝ ਕੋ ਹੋਏ ਨ ਜਮ ਕੀ ਬਾਟ। ਇਸ ਪ੍ਰਕਾਰ ਭਾਈ ਗੁੱਜਰ ਲੋਹਾਰ ਇੱਕਦਮ ਸਹਿਮਿਆ ਹੈ, ਡਰਿਆ ਹੈ। ਅੱਗੇ ਆਓ ਕਿਵੇਂ ਪ੍ਰਸੰਗ ਚੱਲਦਾ ਹੈ ਤੇ ਕਿਵੇਂ ਭਾਈ ਗੁੱਜਰ ਲੋਹਾਰ ਗੁਰੂ ਕੇ ਸ਼ਬਦ ਦੀ ਕਮਾਈ ਕਰਦੇ ਹੋਏ ਉਹਨਾਂ ਦੀ ਸਹਾਇਤਾ ਕਰਦੇ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ
ਰਸਨਾ ਕਰੋ ਪਵਿੱਤਰ ਅਦਬ ਸਹਿਤ ਆਖੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਰਾਸ ਪਾਏ ਕਰ ਬਉਰ ਵਿਚਾਰਾ, ਗੁਰ ਮੁਝ ਪ੍ਰਤੀ ਉਪਦੇਸ਼ ਉਚਾਰਾ। ਇੱਕ ਵਾਰ ਤੇ ਡਰ ਗਿਆ, ਪਰ ਫਿਰ ਉਹਨੇ ਵਿਚਾਰ ਕੀਤੀ ਕਿ ਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤਾ ਸੀ ਉਸ ਉਪਦੇਸ਼ ਦੀ ਕਮਾਈ ਕਰਨੀ ਚਾਹੀਦੀ ਹੈ। ਰੱਬ ਨਮਿਤ ਕਾਰਜ ਕਰ ਦੀਜੈ, ਨਹੀਂ ਬਿਲੰਬ ਕਿਸੀ ਬਿਦ ਕੀਜੈ। ਪਰਮਾਤਮਾ ਵਾਸਤੇ ਕਾਰਜ ਕਰ ਦੇਵੋ, ਕਿਸੇ ਪ੍ਰਕਾਰ ਦੀ ਦੇਰੀ ਨਾ ਆਪਾਂ ਲਾਈਏ ਤੇ ਠੀਕ ਹੈ, ਕਿਉਂਕਿ ਗੁਰੂ ਦਾ ਹੁਕਮ ਹੈ ਸੇਵਾ ਕਰਨੀ ਦੂਸਰੇ ਦੀ। ਤੇ ਹੁਣ ਮੌਕਾ ਮਿਲਿਆ ਹੈ, ਇਸ ਮੌਕੇ ਨੂੰ ਖੰਝਾਉਣਾ ਨਹੀਂ ਚਾਹੀਦਾ। ਕੋਈ ਗੱਲ ਨਹੀਂ, ਜੋ ਹੋਏਗਾ ਵੇਖੀ ਜਾਏਗੀ। ਰਾਜਾ ਮੈਨੂੰ ਮਾਰੇਗਾ, ਪਰਿਵਾਰ ਨੂੰ ਮਾਰ ਦੇਗਾ, ਜੋ ਕੁਝ ਵੀ ਹੋਏਗਾ ਉਹ ਵੱਖਰੀ ਗੱਲ ਹੈ, ਉਹ ਫਿਰ ਵੇਖਿਆ ਜਾਏਗਾ। ਪਰ ਮੈਂ ਗੁਰੂ ਦੇ ਉਪਦੇਸ਼ ਦੀ ਉਲੰਘਣਾ ਨਹੀਂ ਕਰ ਸਕਾਂਗਾ, ਇਸ ਲਈ ਇਹਨਾਂ ਰੱਬ ਰੰਗੀਆਂ ਰੂਹਾਂ ਦੀ ਸੇਵਾ ਕਰਾਂਗਾ। ਜੋ ਹੋ ਸਕਦਾ ਹੈ ਮੈਂ ਕਰਾਂਗਾ। ਫਿਰ ਜਿਹੜਾ ਹੈ ਬਿਨਾਂ ਦੇਰੀ ਤੋਂ ਭਾਈ ਗੁੱਜਰ ਲੋਹਾਰ ਉੱਠਿਆ ਹੈ, ਲੋਹਾਰ ਦਾ ਕੰਮ ਹੈ ਉਹਦਾ। ਉਹਨੇ ਆਪਣੇ ਕਹਿ ਲਓ ਕਿ ਸਾਜੋ ਸਮਾਨ ਜੋ ਵੀ ਹੈ ਉਹਦਾ, ਬੇੜੀਆਂ ਨੂੰ ਕੱਟਣ ਵਾਸਤੇ ਉਹਨੇ ਚੁੱਕਿਆ ਹੈ, ਤੇ ਉਹਨਾਂ ਰੂਹਾਂ ਦੇ ਗਲਾਂ ਦੇ ਵਿੱਚ ਕਹਿ ਲਓ ਜੋ ਬੇੜੀਆਂ ਦੇ ਸੰਗਲ ਪਏ ਸਨ, ਲੋਹੇ ਦੇ ਸੰਗਲ ਪਏ ਸਨ, ਉਹਨਾਂ ਨੂੰ ਕੱਟ ਦਿੱਤਾ ਹੈ। ਇਧਰੋਂ ਜਿਹੜਾ ਹੈ ਉਹਨਾਂ ਰੱਬ ਰੰਗੀਆਂ ਰੂਹਾਂ ਨੇ, ਗੁਰਮੁਖ ਪਿਆਰਿਆਂ ਨੇ ਅਸੀਸ ਦਿੱਤੀ ਹੈ, ਆਸ਼ੀਰਵਾਦ ਦਿੰਦੇ ਹੋਏ ਆਪਣੇ ਦੇਸ਼ ਨੂੰ ਚਲੇ ਗਏ ਹਨ। ਕਵੀ ਜੀ ਕਹਿਣ ਲੱਗੇ ਗੁੱਜਰ ਲੋਹਾਰ ਨੂੰ ਅਸਲ ਦੇ ਵਿੱਚ ਗਿਆਨ ਉਹਦੇ ਅੰਦਰ ਪ੍ਰਗਟ ਹੋਇਆ ਇੱਕਦਮ, ਕਿਉਂਕਿ ਗੁਰੂ ਦੇ ਉਪਦੇਸ਼ ਦੀ ਕਮਾਈ ਕੀਤੀ ਹੈ, ਬਖਸ਼ਿਸ਼ ਹੋ ਗਈ। ਤੇ ਭਾਈ ਗੁਰਦਾਸ ਜੀ ਦਾ ਬਚਨ ਹੈ 11ਵੀਂ ਵਾਰ ਦੇ ਅੰਦਰ, ਭਾਈ ਗੁੱਜਰ ਲੋਹਾਰ ਜੀ ਪਰਥਾਏ, ਕਹਿਣ ਲੱਗੇ ਕਿ ਇਹਨਾਂ ਦੇ ਅੰਦਰ ਐਸੀ ਬਖਸ਼ਿਸ਼ ਹੋ ਗਈ ਕਿ ਜੋ ਉਪਦੇਸ਼ ਇਹਨਾਂ ਨੇ ਕਮਾਇਆ ਸੀ ਇਹ ਉਪਦੇਸ਼ ਕਰਨ ਜੋਗੇ ਹੋ ਗਏ, ਸੰਸਾਰ ਨੂੰ ਹੁਣ ਉਪਦੇਸ਼ ਦਿੰਦੇ ਨੇ ਸਿੱਖੀ ਦਾ। ਹੁਣ ਦੂਜਾ ਇੱਕ ਸਿੱਖ ਹੈ, ਇੱਕ ਨਾਈ ਧੀਆਂ ਚੱਲ ਆਇਓ। ਧੀਆਂ ਨਾਈ ਭਾਵ ਨਾਈ ਪੁਣੇ ਦਾ ਕੰਮ ਹੈ ਇਹਦਾ। ਇਹ ਵੀ ਗੁਰੂ ਚਰਨਾਂ ਵਿੱਚ ਚੱਲ ਕੇ ਆਇਆ ਹੈ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਸ਼ੀਸ਼ ਨਵਾਇਆ ਹੈ। ਸਿੱਖਾਂ ਦੇ ਕੋਲ ਬੈਠ ਗਿਆ ਹੈ ਤੇ ਵੇਖਣ ਲੱਗਾ ਹੈ ਕਿ ਆਪਸ ਦੇ ਵਿੱਚ ਮਿਲ ਕੇ ਇਹ ਕਿਵੇਂ ਸੇਵਾ ਕਰ ਰਹੇ ਹਨ। ਇਸ ਪ੍ਰਕਾਰ ਸੇਵਾ ਕਰਦਿਆਂ ਹੋਇਆਂ ਵੇਖ ਕੇ ਉਹਦੇ ਅੰਦਰ ਵੀ ਇੱਕ ਚਾਹ ਉੱਠਿਆ, ਤਾਂਘ ਉੱਠੀ ਹੈ ਕਿ ਮੈਂ ਵੀ ਸੇਵਾ ਕਰਾਂ। ਮਿਲ ਕੇ ਉਹ ਵੀ ਸੇਵਾ ਕਰਨ ਲੱਗਾ ਹੈ, ਤੇ ਸੇਵਾ ਕਰਦਿਆਂ ਕਰਦਿਆਂ ਅੰਦਰ ਜਿਹੜਾ ਬੜਾ ਖੁਸ਼ ਹੋਇਆ ਹੈ, ਪ੍ਰਸੰਨ ਹੋਇਆ ਹੈ, ਕਿਉਂਕਿ ਚਾਅ ਦੇ ਨਾਲ ਸੇਵਾ ਕੀਤੀ ਸੀ, ਕੋਈ ਬੱਧਾ ਚੱਟੀ ਤੇ ਹੈ ਨਹੀਂ ਸੀ। ਤੇ ਚਾਅ ਦੇ ਨਾਲ ਕੀਤੀ ਹੋਈ ਸੇਵਾ ਕਰਮ ਜਿਹੜਾ ਹੈ, ਗੁਰੂ ਅੰਗਦ ਦੇਵ ਮਹਾਰਾਜ ਜੀ ਖੁਦ ਕਹਿੰਦੇ ਨੇ ਕਿ ਉਹ ਅਸਲ ਦੇ ਵਿੱਚ ਖੁਸ਼ੀ ਤੁਹਾਡੇ ਅੰਦਰ ਲੈ ਕੇ ਆਉਂਦਾ ਹੈ। ਬਚਨ ਹੈ, ਯਾਦ ਵੀ ਹੋਣਾ ਹੈ ਆਪ ਜੀ ਨੂੰ, ਸੂਹੀ ਕੀ ਵਾਰ ਦਾ ਬਚਨ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਬੱਧਾ ਚਟੀ ਜੇ ਭਰੇ, ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ, ਨਾਨਕ ਕਾਰਜ ਸਾਰ। ਉਹ ਕਾਰਜ ਵੀ ਨੇਪੜੇ ਚੜ ਜਾਂਦੇ ਨੇ ਜੋ ਖੁਸ਼ੀ ਦੇ ਨਾਲ ਕੀਤੇ ਹੋਣ, ਉਹਦੇ ਪਿੱਛੇ ਕੋਈ ਬੱਧਾ ਚਟੀ ਨਾ ਹੋਵੇ। ਮਨ ਨਹੀਂ ਕਰ ਰਿਹਾ ਪਰ ਫਿਰ ਵੀ ਕਰਨਾ ਪੈ ਰਿਹਾ, ਉਹ ਕਿਸੇ ਲੇਖੇ ਨਹੀਂ। ਇਸ ਪ੍ਰਕਾਰ ਹੁਣ ਇਹਨੇ ਵੇਖਿਆ ਹੈ, ਇਸ ਧੀਏ ਨੇ, ਕਿ ਸਾਰੇ ਸੇਵਾ ਕਰ ਰਹੇ ਨੇ ਤੇ ਮੈਂ ਵੀ ਕਰਾਂ।
ਹਿਰਦੇ ਵਿੱਚ ਪ੍ਰੇਮ ਜਾਗਿਆ, ਚਾਅ, ਤਾਂਘ ਦੇ ਨਾਲ ਇਹ ਸੇਵਾ ਕਰਨ ਲੱਗਾ ਹੈ। ਤਪਤ ਨੀਰ ਕਰਵਾਏ ਇਸ਼ਨਾਨ, ਵਸਤਰ ਪਖਾਰੇ ਮਲ ਕਰਿਆਨ। ਗਰਮ ਪਾਣੀ ਦੇ ਨਾਲ ਇਸ਼ਨਾਨ ਕਰਵਾਉਂਦਾ ਸੀ ਤੇ ਮੈਲੇ ਕੱਪੜਿਆਂ ਨੂੰ ਵੀ ਉਹ ਆਪਣੇ ਹੱਥੀਂ ਜਿਹੜਾ ਹੈ ਧੋ ਕੇ ਸੇਵਾ ਕਮਾ ਰਿਹਾ ਸੀ। ਚਰਨ ਚਾਪ ਹਾਕਤ ਹੈ ਬਾਈ, ਬਾਸਨ ਧੋਵੇ ਮਾਂਜ ਬਣਾਏ। ਇਸ ਪ੍ਰਕਾਰ ਮੁੱਠੀ ਚਾਪੀ ਵੀ ਕਰਨੀ, ਭਾਵ ਚਰਨ ਘੁੱਟਣੇ, ਪੱਖਾ ਚੱਲਣਾ, ਭਾਂਡੇ ਆਦਿਕ ਜਿਹੜਾ ਹੈ ਉਹ ਵੀ ਧੋਂਦਾ ਸੀ। ਕਬ ਕਬ ਗੁਰ ਕੀ ਸੇਵਾ ਪਾਏ, ਮਹਾ ਪ੍ਰੇਮ ਤੇ ਕਰੇ ਬਣਾਏ। ਕਦੀ ਕਦੀ ਗੁਰੂ ਦੀ ਸੇਵਾ ਕਰਨ ਦਾ ਵੀ ਅਵਸਰ ਮਿਲ ਜਾਂਦਾ ਸੀ। ਸਿੱਖਾਂ ਦੀ ਤੇ ਸੇਵਾ ਕਰਦਾ ਹੀ ਸੀ। ਕੋਈ ਬਜ਼ੁਰਗ ਹੋਣਾ, ਉਹਦੇ ਚਰਨ ਘੁੱਟ ਦੇਣੇ। ਹੁਣ ਦਾ ਤੇ ਸਮਾਂ ਨਹੀਂ ਸੀ ਕਿ ਬਟਨ ਨੱਪਿਆ ਪੱਖੇ ਚੱਲ ਪਏ, ਉਦੋਂ ਤੇ ਪੱਖੀਆਂ ਹੀ ਸਨ, ਵੱਡੇ ਪੱਖੇ ਸਨ। ਤੇ ਦੂਰ ਦਰੇਡੇ ਤੋਂ ਜਿਹੜੀ ਸੰਗਤ ਆਉਂਦੀ ਸੀ, ਗਰਮੀਆਂ ਦੇ ਵਿੱਚ, ਠੰਡਾਂ ਦੇ ਵਿੱਚ ਆਦਿਕ ਜਿਹੜਾ ਹੈ, ਹਰ ਇੱਕ ਸਮੇਂ ਦੇ ਵਿੱਚ ਕੁਝ ਨਾ ਕੁਝ ਲੋੜ ਹੁੰਦੀ ਸੀ। ਸੋ ਇਸ ਲਈ ਭਾਈ ਧੀਂਗਾ ਜਿਹੜਾ ਹੈ ਉਹ ਬੜੇ ਪ੍ਰੇਮ ਦੇ ਨਾਲ ਸੇਵਾ ਕਮਾਉਂਦਾ ਹੈ। ਤੇ ਮੌਕਾ ਮਿਲਦਾ ਕਦੀ ਕਦੀ ਗੁਰੂ ਚਰਨਾਂ ਦੇ ਵਿੱਚ ਸੇਵਾ ਕਰਨ ਦਾ, ਭਾਵ ਗੁਰੂ ਸਾਹਿਬ ਜੀ ਦੇ ਚਰਨ ਘੁੱਟਣ ਦਾ, ਤੇ ਬੜੇ ਪ੍ਰੇਮ ਦੇ ਨਾਲ, ਅਦਬ ਦੇ ਨਾਲ, ਚਾਅ ਦੇ ਨਾਲ ਉਹ ਸੇਵਾ ਕਮਾ ਰਿਹਾ ਸੀ। ਇੱਕ ਦਿਨ ਸ਼੍ਰੀ ਅੰਗਦ ਕੇ ਪਾਸ, ਹੱਥ ਜੋੜ ਕੀਨੀ ਅਰਦਾਸ। ਇੱਕ ਦਿਨ ਗੁਰੂ ਚਰਨਾਂ ਵਿੱਚ ਖੜਾ ਹੋ ਕੇ ਤੇ ਅਰਦਾਸ ਕਰਨ ਲੱਗਾ। ਜੋ ਅੰਦਰਲੀ ਵੇਦਨਾ ਸੀ ਉਹਨੇ ਪ੍ਰਗਟ ਕੀਤੀ ਹੈ। ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਜ਼ੋਈ ਕੀਤੀ ਹੈ। ਸ੍ਰੀ ਸਤਿਗੁਰ ਮੁਝ ਤੇ ਉਪਦੇਸ਼, ਜਿਸ ਤੇ ਮਿਟੇ ਕਲੇਸ਼ ਅਸ਼ੇਸ਼। ਸਤਿਗੁਰੂ ਜੀ ਕਿਰਪਾ ਕਰੋ, ਮੈਨੂੰ ਉਪਦੇਸ਼ ਦੇਵੋ, ਜਿਸ ਦੇ ਨਾਲ ਸਾਰੇ ਮੇਰੇ ਦੁੱਖ ਕਲੇਸ਼ ਜਿਹੜੇ ਨੇ ਉਹ ਮਿਟ ਜਾਣ। ਸੁਨ ਸ਼੍ਰੀ ਮੁਖ ਤੇ ਤਬ ਫੁਰਮਾਇਓ, ਗੁਰੂ ਗੁਰ ਮੈਂ ਸੋ ਚਲ ਆਇਓ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਤੂੰ ਅਸਲ ਦੇ ਵਿੱਚ ਜਿਹੜਾ ਹੈ ਗੁਰੂ ਘਰ ਦੇ ਵਿੱਚ ਚੱਲ ਕੇ ਆਵੇ। ਜਿਹੜਾ ਵੀ ਗੁਰੂ ਘਰ ਦੇ ਵਿੱਚ ਚੱਲ ਕੇ ਆਵੇ ਨਾ, ਤੇ ਭਾਈ ਗੁਰਦਾਸ ਜੀ ਨੇ ਵੀ, ਹਾਲਾਂਕਿ ਇਹ ਉਦਾਹਰਣ ਸਮਝਣ ਵਾਸਤੇ ਹੈ ਕਿ ਜਿਵੇਂ ਇੱਕ ਮੁਰਦੇ ਨੂੰ ਕਬਰ ਜਿਹੜੀ ਹੈ ਨਾ ਆਪਣੇ ਵਿੱਚ ਸਮਾ ਲੈਂਦੀ ਹੈ, ਉਹ ਆਪਣਾ ਰੂਪ ਬਣਾ ਲੈਂਦੀ ਹੈ। ਜੇ ਮੁਰਦਾ ਹੋਵੇ ਤਾਂ ਜਿੰਨਾ ਚਿਰ ਜੀਵਤ ਰਹੇਗਾ, ਕਬਰ ਦੇ ਵਿੱਚ ਪਿਆ ਹੋਇਆ ਵੀ ਅਸਲ ਦੇ ਵਿੱਚ ਉਹ ਜਿਹੜਾ ਹੈ ਕਬਰ ਦਾ ਰੂਪ ਨਹੀਂ ਹੋ ਸਕਦਾ। ਤੇ ਜੇ ਮੁਰਦਾ ਹੈ, ਮੁਰਦੇ ਨੂੰ ਦਫਨਾਇਆ ਜਾਵੇ, ਕਬਰ ਵਿੱਚ ਪਾਇਆ ਜਾਵੇ, ਸਮਾਂ ਪਾ ਕੇ ਉਹ ਕਬਰ ਦਾ ਰੂਪ ਹੋ ਜਾਂਦਾ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਗੁਰੂ ਨੂੰ ਕਬਰ ਕਿਹਾ, ਉਦਾਹਰਣ ਹੈ ਸਮਝਣ ਵਾਸਤੇ ਕੇਵਲ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਜਿਹੜਾ ਗੁਰੂ ਘਰ ਦੇ ਵਿੱਚ ਚੱਲ ਕੇ ਆਵੇ, ਮੁਰੀਦ ਬਣ ਕੇ ਮੁਰਦੇ ਦੇ ਵਾਂਗ ਹੋ ਜਾਵੇ। ਹੈ ਔਖਾ, ਕਿਉਂਕਿ ਮੁਰਦੇ ਦੇ ਅੰਦਰ ਕੋਈ ਹਿਲਜੁਲ ਨਹੀਂ ਹੁੰਦੀ। ਜਿਹਦੇ ਅੰਦਰ ਸਵਾਸ ਨਹੀਂ ਹੈ, ਦੇਖੀ ਹੋਏਗੀ ਬੋਡੀ, ਡੈਡ ਬੋਡੀ ਜਿਹੜੀ ਹੈ, ਉਹਨੂੰ ਕੁਝ ਵੀ ਕਰਦੇ ਰਹੋ, ਸਰੀਰ ਦਾ ਕੋਈ ਅੰਗ ਨਹੀਂ ਹਿਲਦਾ। ਜਿੱਦਾਂ ਦਾ ਪਿਆ ਹੈ ਉਦਾਂ ਦਾ ਹੀ ਪਿਆ ਹੋਏਗਾ। ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਮੁਰਦੇ ਵਾਂਗ ਹੋ ਜਾਵੇ ਅੱਗੇ। ਜਿਵੇਂ ਜਿੰਦ ਤੋਂ ਬਗੈਰ ਮੁਰਦੇ ਦਾ ਕੋਈ ਅੰਗ ਨਹੀਂ ਹਿਲਦਾ। ਹੁਣ ਅਸਲ ਦੇ ਵਿੱਚ ਅਸੀਂ ਮੁਰਦਾ ਕਿਵੇਂ ਬਣਨਾ? ਆਪਣੇ ਅੰਦਰੋਂ ਹੰਕਾਰ ਛੱਡ ਦਈਏ, ਜੋ ਕਿ ਟਿਕਣ ਨਹੀਂ ਦਿੰਦਾ ਮਨੁੱਖ ਨੂੰ। ਇਹੋ ਹੀ ਕਾਰਨ ਹੈ ਕਿ ਗੁਰੂ ਦਾ ਰੂਪ ਨਹੀਂ ਹੋ ਪਾਉਂਦਾ। ਹੁਣ ਜਿਨ੍ਹਾਂ ਦਾ ਵੀ ਆਪਾਂ ਜਿਹੜਾ ਨਾ ਇਤਿਹਾਸ ਵਾਚ ਰਹੇ ਹਾਂ, ਭਾਵੇਂ
ਭਾਈ ਜੀਵਾ ਜੀ ਦਾ ਇਤਿਹਾਸ ਆਪਾਂ ਪਿੱਛੇ ਪੜ੍ਹਿਆ ਹੈ, ਸੁਣਿਆ ਹੈ। ਭਾਈ ਲੋਹਾਰ, ਗੁੱਜਰ ਲੋਹਾਰ ਦਾ ਹੁਣੇ ਹੀ ਆਪ ਜੀ ਨੇ ਇਤਿਹਾਸ ਸੁਣਿਆ ਹੈ। ਤੇ ਭਾਵੇਂ ਹੁਣ ਤੁਸੀਂ ਜਿਹੜਾ ਹੈ ਭਾਈ ਧੀਆਂ ਜੀ ਦਾ ਜੀਵਨ ਵਾਚ ਰਹੇ ਹੋ, ਇਹਨਾਂ ਸਾਰਿਆਂ ਨੇ ਕਮਾਈ ਕੀਤੀ ਹੈ। ਇਹ ਸੱਚੀ ਮੁੱਚੀ ਗੁਰੂ ਚਰਨਾਂ ਵਿੱਚ ਆ ਕੇ ਮੁਰਦੇ ਹੋ ਗਏ ਸਨ। ਭਾਵ ਇਹਨਾਂ ਨੇ ਆਪਾ ਭਾਵ ਜਿਹੜਾ ਹੈ ਖਤਮ ਕਰ ਦਿੱਤਾ ਸੀ ਆਪਣਾ, ਸਮਾ ਗਏ, ਗੁਰੂ ਦਾ ਰੂਪ ਹੀ ਹੋ ਗਏ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਜਦੋਂ ਵੀ ਚੱਲ ਕੇ ਆਓ, ਮੁਰੀਦ ਬਣ ਕੇ ਆਓ, ਪਰ ਮੁਰਦੇ ਫਿਰ ਬਣ ਜਾਓ ਇੱਥੇ। ਇਹ ਨਾ ਹੋਵੇ ਕਿ ਆਪਾਂ ਕਹੀਏ ਅਸੀਂ ਮੁਰੀਦ ਹਾਂ, ਅਸੀਂ ਸੇਵਕ ਹਾਂ, ਅਸੀਂ ਕੂਕਰ ਹਾਂ, ਬੜਾ ਕੁਝ ਹੈ ਮਨੁੱਖ ਕਹਿੰਦਾ ਆਪਣੀ ਜ਼ੁਬਾਨ ਤੋਂ। ਪਰ ਇਹੋ ਜਿਹੇ ਹਾਲਾਤ ਮਾਲਕ ਨੇ ਅੱਗੇ ਪ੍ਰਗਟ ਕੀਤੇ ਨੇ ਸਾਡੇ, ਕਿ ਅਸਲ ਦੇ ਵਿੱਚ ਮਨੁੱਖ ਫਿਰ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਇਹੋ ਜਿਹਾ ਤੇ ਯਕੀਨ ਕਰੀਏ ਕਿ ਨਾ ਕਰੀਏ, ਕਿਉਂਕਿ ਹਾਲਾਤ ਇਹੋ ਜਿਹੇ ਹੁੰਦੇ ਨੇ ਉਹਨਾਂ ਦੇ। ਮੁਰੀਦ ਆਪਣੇ ਆਪ ਨੂੰ ਕਹਿੰਦੇ ਨੇ, ਚੇਲੇ ਕਹਿੰਦੇ ਨੇ, ਸਿੱਖ ਕਹਿੰਦੇ ਨੇ, ਇੱਥੋਂ ਤੱਕ ਕਿ ਮੈਂ ਗੁਰੂ ਘਰ ਦਾ ਕੁੱਤਾ, ਕੁੱਕਰ ਦਾ ਅਰਥ ਹੀ ਕੁੱਤਾ ਹੈ, ਮੈਂ ਕੁੱਕਰ ਹਾਂ ਕਹਿ ਦਿੰਦੇ ਨੇ। ਪਰ ਆਸਾ ਕੀ ਵਾਰ ਦਾ ਬਚਨ ਜਦੋਂ ਪੜ੍ਹੀਦਾ ਹੈ ਤੇ ਉਦੋਂ ਸਮਝ ਆਉਂਦੀ ਹੈ ਕਿ ਇਹ ਤੇ ਬਾਤਾਂ ਵਾਲੇ ਹੀ ਨੇ, ਬਸ ਹੋਰ ਕੁਝ ਹੈ ਨਹੀਂ ਇਹਨਾਂ ਦੇ। ਚਾਕਰ ਲੱਗੇ ਚਾਕਰੀ ਨਾਲੇ ਗਰਭਵਾਤ, ਇੱਕ ਪਾਸੇ ਸੇਵਾਦਾਰ, ਦੂਸਰੇ ਪਾਸੇ ਅਸਲ ਦੇ ਵਿੱਚ ਹੰਕਾਰ ਦੀਆਂ ਗੱਲਾਂ। ਚਾਕਰ ਲੱਗੇ ਚਾਕਰੀ ਨਾਲੇ ਗਰਭਵਾਤ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਗੱਲਾਂ ਭਾਵੇਂ ਜਿੰਨੀਆਂ ਮਰਜ਼ੀ ਕਰਾ ਲਓ, ਅਸਮਾਨ ਨੂੰ ਲਾਉਣ ਤੱਕ ਜਾਂਦੇ ਨੇ ਇਹੋ ਜਿਹੇ। ਪਰ ਗੁਰੂ ਪਿਤਾ ਦਾ, ਗੁਰੂ ਕੇ ਸ਼ਬਦ ਦਾ ਅਸਲ ਦੇ ਵਿੱਚ ਰਸ ਨਹੀਂ ਮਾਣ ਪਾਉਂਦੇ। ਜਿਵੇਂ ਅੱਜ ਦਾ ਬਚਨ ਹੈ, ਪਾਵਨ ਮੁਖ ਵਾਕ ਰਾਹੀਂ ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਸਾਡੇ ਤੇ ਇਹੋ ਕਿਰਪਾ ਕੀਤੀ। ਸ਼ਬਦੈ ਸਾਧ ਨਾ ਆਇਓ, ਨਾਮ ਨਾ ਲੱਗੋ ਪਿਆਰ। ਜਿਨ੍ਹਾਂ ਨੂੰ ਸ਼ਬਦ ਦੇ ਵਿੱਚ ਰਸ ਹੀ ਨਹੀਂ, ਗੁਰੂ ਕੇ ਉਪਦੇਸ਼ ਰਾਹੀਂ ਰਸ ਹੀ ਨਹੀਂ ਆਉਂਦਾ, ਸਵਾਦ ਹੀ ਨਹੀਂ ਜਿਨ੍ਹਾਂ ਨੂੰ ਕੌੜਾ ਲੱਗਦਾ ਹੈ ਗੁਰੂ ਕਾ ਸ਼ਬਦ, ਨਾਮ ਦੇ ਵਿੱਚ ਪਿਆਰ ਹੀ ਨਹੀਂ ਜਿਨ੍ਹਾਂ ਦਾ ਬਣਿਆ, ਚਾਅ ਦੇ ਨਾਲ ਨਾ ਉਹ ਆਉਂਦੇ ਨੇ, ਨਾ ਅਸਲ ਦੇ ਵਿੱਚ ਉਹ ਜਪਦੇ ਹੀ ਨੇ। ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਤੀਸਰੇ ਪਾਤਸ਼ਾਹ ਜੀ ਕਹਿਣ ਲੱਗੇ, ਜ਼ੁਬਾਨ ਤੋਂ ਜਦੋਂ ਵੀ ਉਹ ਬੋਲਣਗੇ ਫਿੱਕਾ ਬੋਲਣਗੇ, ਮਿਠਾਸ ਨਿਕਲੇਗੀ ਨਹੀਂ ਉਹਨਾਂ ਦੇ ਮੂੰਹ ਚੋਂ, ਤੇ ਨਿਤ ਉਹ ਖੱਜਲ ਖੁਆਰੀ ਪ੍ਰਾਪਤ ਕਰਦੇ ਨੇ। ਉਹਨਾਂ ਦੀ ਜ਼ਿੰਦਗੀ ਖੱਜਲ ਖੁਆਰ ਹੈ, ਭਟਕਣਾ ਵਿੱਚ ਹੈ, ਕਿਉਂਕਿ ਆਏ ਜ਼ਰੂਰ ਮੁਰੀਦ ਬਣ ਕੇ, ਪਰ ਮੁਰਦਾ ਨਹੀਂ ਬਣਿਆ ਕੇ ਇੱਥੇ। ਦੂਸਰੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਧੀਆਂ, ਅਸਲ ਦੇ ਵਿੱਚ ਹੰਕਾਰ ਨੂੰ ਛੱਡ ਕੇ, ਵਿਸ਼ੇ ਵਕਾਰਾਂ ਨੂੰ ਛੱਡ ਕੇ ਮੁਰੀਦ ਜਿਹੜਾ ਹੈ ਨਾ ਉਹ ਮੁਰਦਾ ਬਣ ਜਾਵੇ। ਗੁਰੂ ਗੁਰ ਮੈਂ ਜਾਏ ਸਮਾਏ, ਹੋਏ ਮੁਰੀਦ ਮੁਰਦਾ ਜਿਸ ਪਾਏ। ਗੁਰੂ ਰੂਪੀ ਕਬਰ ਦੇ ਵਿੱਚ ਜਾ ਕੇ ਸਮਾ ਜਾਵੇ ਤੇ ਮੁਰੀਦ ਹੋ ਕੇ ਮੁਰਦੇ ਵਾਂਗ ਹੋ ਜਾਵੇ। ਭਾਵ ਜਿਹੜਾ ਹੈ ਆਪਣੇ ਅੰਦਰ ਅੜਬਪੁਣਾ ਕਹਿ ਲਓ, ਹੰਕਾਰ ਕਹਿ ਲਓ, ਆਕੜ ਦੇ ਵਿੱਚ ਜਿਹੜਾ ਰਹਿੰਦਾ ਹੈ, ਇਹ ਸਭ ਕੁਝ ਜਿਹੜਾ ਹੈ ਨਾ ਛੱਡ ਦੇਵੇ। ਜੇ ਚਾਹੁੰਦਾ ਹੈ ਕਿ ਗੁਰੂ ਦੀ ਕਿਰਪਾ ਮੇਰੇ ਤੇ ਹੋ ਜਾਵੇ, ਮੈਂ ਗੁਰੂ ਵਰਗਾ ਬਣ ਜਾਵਾਂ, ਗੁਰੂ ਨਹੀਂ, ਗੁਰੂ ਦਾ ਸੁਭਾਅ ਮੇਰੇ ਅੰਦਰ ਆ ਜਾਵੇ, ਗੁਰੂ ਦੇ ਗੁਣ ਮੇਰੇ ਅੰਦਰ ਆ ਜਾਣ, ਉਸ ਲਈ ਸਾਨੂੰ ਆਪਣੇ ਅੰਦਰੋਂ ਹੰਕਾਰ ਨੂੰ ਦੂਰ ਕਰਨਾ ਪਏਗਾ। ਫਿਰ ਉਦਾਹਰਨ ਦਿੱਤੀ ਫਿਰ ਮਾਲਕ ਨੇ, ਕਹਿਣ ਲੱਗੇ ਭਗਤ ਸੈਣ ਜੀ ਹੋਏ ਨੇ, ਜਿਨ੍ਹਾਂ ਦਾ ਬਚਨ ਵੀ ਆਪ ਪੜ੍ਹਦੇ ਹੋ। ਸ਼੍ਰੀ ਸੈਣ ਧੂਪ ਦੀਪ ਕ੍ਰਿਤ ਸਾਜ ਆਰਤੀ, ਵਾਰਨ ਜਾਉ ਕਮਲਾਪਤੀ, ਮੰਗਲਾ ਹਰ ਮੰਗਲਾ ਇਤ ਮੰਗਲ ਰਾਜਾ ਰਾਮ ਰਾਏ ਕੋ, ਊਤਮ ਦੀਰਾ ਨਿਰਮਲ ਬਾਤੀ, ਤੂੰ ਹੀ ਨਿਰੰਜਨ ਕਮਲਾ ਪਾਤੀ। ਇਹ ਸ਼ਬਦ ਪੜ੍ਹਦੇ ਹੋ ਆਰਤੀ ਦੇ ਵਿੱਚ। ਉਹ ਕੌਣ ਸਨ?
ਜੋ ਭਾਈ ਧਿੰਗਾ ਉਹੀ ਉਹ ਸਨ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਸੈ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਘਰ ਘਰ ਵਿੱਚ ਜਾ ਕੇ ਹੋਕੇ ਦਿੰਦੇ ਸਨ। ਪਹਿਲੇ ਸੱਦਾ ਦੇਣ ਵਾਸਤੇ ਨਾਈਆਂ ਨੂੰ ਬੁਲਾਇਆ ਜਾਂਦਾ ਸੀ, ਨੈਣਾ ਨੂੰ ਜਾਂ ਨਾਈਆਂ ਨੂੰ। ਕਿਤੇ ਵੀ ਸੱਦਾ ਦੇਣਾ, ਕਿਤੇ ਵੀ ਜਿਹੜਾ ਹੈ ਕੋਈ ਪ੍ਰੋਗਰਾਮ ਹੋਣਾ ਤੇ ਬੁਲਾਣਾ ਕਿ ਭਾਈ ਤੁਸੀਂ ਜਾ ਕੇ ਘਰ ਘਰ ਦੇ ਵਿੱਚ ਹੋਕਾ ਦੇ ਆਓ ਕਿ ਫਲਾਣੇ ਦਿਨ ਸਾਡੇ ਘਰੇ ਪ੍ਰੋਗਰਾਮ ਹੈ। ਸਤਿਗੁਰੂ ਜੀ ਕਹਿਣ ਲੱਗੇ, ਭਗਤਾਂ ਨੇ ਜਿਹੜੀ ਭਗਤੀ ਕੀਤੀ ਹੈ ਨਾ, ਸੈ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਹਿਰਦੇ ਵਿੱਚ ਪਰਮਾਤਮਾ ਵਸ ਗਿਆ ਤੇ ਭਗਤਾਂ ਦੇ ਵਿੱਚ ਭਗਤ ਸੈਣ ਦੀ ਜਿਹੜਾ ਹੈ ਨਾ, ਅਸਲ ਦੇ ਵਿੱਚ ਕਹਿ ਲਓ ਕਿ ਗਿਣਤੀ ਹੋ ਗਈ, ਨਹੀਂ ਤੇ ਕੌਣ ਜਾਣਦਾ ਸੀ। ਇਸ ਕਰਕੇ ਨਾਮ ਦੇ ਵਿੱਚ ਤਾਕਤ ਹੈ ਕਿ ਇਹ ਲੁਕਾਈ ਦਾ ਛਤਰ ਜਿਹੜਾ ਹੈ ਨਾ, ਭਾਵ ਜਿਹੜਾ ਹੈ ਸਮੁੱਚੇ ਬ੍ਰਹਿਮੰਡ ਦਾ ਛਤਰ ਸਿਮਰਨ ਦੇ ਨਾਲ ਗੁਰੂ ਪਰਮਾਤਮਾ ਸਾਡੇ ਉੱਤੇ ਚਲਾ ਸਕਦਾ ਹੈ। ਸਾਨੂੰ ਕੋਈ ਨਾ ਜਾਣਦਾ ਹੋਵੇ, ਪਰ ਨੀਚ ਜਾਤ ਹਰ ਜਪਤਿਆਂ ਊਤਮ ਪਦਵੀ ਪਾਏ। ਇਸ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਭਗਤ ਸੈਣ ਜੀ ਨੂੰ ਵੇਖੋ, ਅਸਲ ਦੇ ਵਿੱਚ ਭਾਵੇਂ ਕਿ ਉਹਨਾਂ ਦੀ ਜਾਤ ਨਾਈ ਸੀ ਸੰਸਾਰ ਮੁਤਾਬਕ, ਗੁਰੂ ਮੁਤਾਬਕ ਨਹੀਂ, ਪਰ ਉਹ ਨਾਮੀ ਭਗਤ ਹੋਏ ਨੇ। ਭਗਤਾਂ ਦੇ ਵਿੱਚ ਉਹਨਾਂ ਦੀ ਗਿਣਤੀ ਹੋਈ ਹੈ, ਕਿਉਂਕਿ ਦਿਨ ਰਾਤ ਉਹ ਰੱਬ ਰੰਗੀਆਂ ਰੂਹਾਂ ਦੀ ਸੇਵਾ ਵੀ ਕਰਿਆ ਕਰਦੇ ਹੁੰਦੇ ਸਨ। ਭਗਤ ਸੈਣ ਦਾ ਪ੍ਰੇਮ ਵੇਖ ਕੇ ਰੱਬ ਵੀ ਜਿਹੜਾ ਹੈ ਨਾ, ਆਪਣੇ ਭਗਤਾਂ ਦੇ ਕਾਰਜ ਸਵਾਰਨ ਆਇਆ ਸੀ। ਇੱਕ ਦਿਨ ਨਹੀਂ ਗਏ ਰਾਜੇ ਕੋਲ ਉਹਦੀ ਸੇਵਾ ਵਾਸਤੇ, ਕਿਉਂਕਿ ਸਮਾਂ ਹੋ ਗਿਆ ਸੀ, ਰਾਤ ਲੇਟ ਹੋ ਗਏ ਸਨ ਤੇ ਸਵੇਰੇ ਨਹੀਂ ਗਏ। ਪਰ ਜਿਵੇਂ ਇਤਿਹਾਸ ਵਿੱਚ ਲਿਖਿਆ ਹੈ, ਪ੍ਰਮਾਤਮਾ ਭਗਤ ਸੈਣ ਜੀ ਦਾ ਰੂਪ ਧਾਰਨ ਕਰਕੇ ਰਾਜੇ ਦੇ ਘਰੇ ਪਹੁੰਚ ਕੇ ਉਹਨਾਂ ਦੀ ਸੇਵਾ ਕੀਤੀ ਹੈ। ਤੇ ਅੱਜ ਸੇਵਾ ਵੇਖ ਕੇ ਤੇ ਰਾਜਾ ਬੜਾ ਖੁਸ਼ ਹੋਇਆ, ਉਹਨੇ ਆਪਣੀ ਪੁਸ਼ਾਕ ਭੇਟ ਕਰ ਦਿੱਤੀ। ਤੇ ਇੱਧਰੋਂ ਭਗਤ ਸੈਣ ਜੀ ਬੜੇ ਘਬਰਾਏ ਹੋਏ ਕਿ ਅੱਜ ਮੈਂ ਰਾਜੇ ਕੋਲ ਨਹੀਂ ਗਿਆ, ਪਤਾ ਨਹੀਂ ਕੀ ਕਹਿਣਾ ਹੈ ਅੱਜ ਰਾਜੇ ਨੇ। ਪਰ ਜਦੋਂ ਘੁੱਟ ਕੇ ਗਲ ਦੇ ਨਾਲ ਲਾਇਆ, ਕਹਿਣ ਲੱਗੇ ਅੱਜ ਤੇ ਤੂੰ ਬਹੁਤ ਸੇਵਾ ਚੰਗੀ ਕੀਤੀ ਹੈ। ਹੈਰਾਨ ਹੋ ਗਏ, ਮੈਂ ਤੇ ਘਰ ਸੀ ਪਰ ਇੱਥੇ ਕੌਣ ਆਇਆ ਸੀ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਪ੍ਰੇਮ ਵਿੱਚ ਭਿੱਜ ਜਾਓ, ਰੱਬ ਕਾਰਜ ਤੁਹਾਡੇ ਆਪਣੇ ਆਪ ਹੀ ਸਵਾਰੇਗਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਿੱਜ ਕੇ ਤੇ ਵੇਖੋ ਪ੍ਰੇਮ ਵਿੱਚ, ਕਿਉਂਕਿ ਗੋਬਿੰਦ ਭਾਵ ਭਗਤ ਦਾ ਭੁੱਖਾ, ਉਹਨੂੰ ਹੋਰ ਕੁਝ ਨਹੀਂ ਚਾਹੀਦਾ। ਬੇਡੀ ਪ੍ਰੀਤ ਮਨਜ਼ੂਰੀ ਮੰਗੈ, ਪਿਆਰ ਦੇ ਵਿੱਚ ਭਿੱਜ ਕੇ ਤੇ ਵੇਖੋ, ਰੱਬ ਆਪ ਕਿਰਪਾ ਕਰੇਗਾ, ਖੁਦ ਆਏਗਾ, ਕਾਰਜ ਸਵਾਰੇਗਾ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਕਦੋਂ ਸਵਾਰੇਗਾ? ਜਦੋਂ ਥਿਰ ਕਰ ਬੈਸੋ। ਨਿਜ ਘਰ ਦੇ ਵਿੱਚ ਬੈਠਣਾ ਸਿੱਖ ਜਾਓ, ਭਟਕਣਾ ਮੁੱਕ ਜਾਵੇ,
ਮਾਲਕ ਆਪਣੇ ਆਪ ਹੀ ਕਿਰਪਾ ਕਰੇਗਾ। ਇਸ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ, ਰੱਬ ਨੇ ਭਗਤ ਸੈਣ ਦਾ ਰੂਪ ਧਾਰਨ ਕਰ ਲਿਆ। राणे को इस रीत रिझायो, बख्शी तब कवाई उलसायो। ਰਾਜੇ ਨੂੰ ਐਸੀ ਰੀਤੀ ਨਾਲ ਮੋਹਿਤ ਕੀਤਾ ਹੈ ਕਿ ਉਸਨੇ ਪ੍ਰਸੰਨ ਹੋ ਕੇ ਇੱਕ ਪੁਸ਼ਾਕ ਬਖਸ਼ਿਸ਼ ਕੀਤੀ। जिसके सम संतन की सेवा करो, सदा रीझै गुरुदेवा। ਭਗਤ ਸੈਣ ਦੇ ਵਾਂਗ ਸੰਤਾਂ ਦੀ ਸੇਵਾ ਕਰਿਆ ਕਰੋ, ਰੱਬ ਰੰਗੀਆਂ ਰੂਹਾਂ ਦੀ ਸੇਵਾ ਕਰੋ, ਸਦਾ ਸੇਵਾ ਕਰੋ। ਗੁਰਦੇਵ ਖੁਦ ਮੋਹਿਤ ਹੋ ਜਾਣਗੇ, ਗੁਰੂ ਖੁਸ਼ ਹੋ ਜਾਏਗਾ। ਇਹ ਨਹੀਂ ਕਿ ਗੁਰੂ ਦੀ ਸੇਵਾ ਕਰੋ ਆ ਕੇ ਤਾਂ ਹੀ ਗੁਰੂ ਪ੍ਰਸੰਨ ਹੋਏਗਾ। ਮਾਲਕ ਜੀ ਕਹਿੰਦੇ ਮੈਂ ਤੇ ਹਰ ਇੱਕ ਅੰਦਰ ਬੈਠਾ ਹੋਇਆ। ਜਿਵੇਂ ਇੱਕ ਸੇਵਕ ਘਟਨਾ ਤੁਹਾਨੂੰ ਯਾਦ ਹੀ ਹੈ, ਕੇਵਲ ਟੂਕ ਮਾਤਰ ਮੈਂ ਸੁਣਾਵਾਂਗਾ। ਛੇਵੇਂ ਪਾਤਸ਼ਾਹ ਵੇਲੇ ਇੱਕ ਸਿੱਖ ਜਿਹੜਾ ਹੈ ਨਾ, ਬੜੇ ਪ੍ਰੇਮ ਦੇ ਨਾਲ ਸ਼ਹਿਦ ਲੈ ਕੇ ਆਇਆ ਕਿ ਮੈਂ ਗੁਰੂ ਚਰਨਾਂ ਵਿੱਚ ਅਰਪਣ ਕਰਾਂਗਾ ਤੇ ਗੁਰੂ ਤੋਂ ਖੁਸ਼ੀਆਂ ਲਵਾਂਗਾ। ਪਰ ਰਸਤੇ ਵਿੱਚ ਆਉਂਦਿਆਂ ਇੱਕ ਸਿੱਖ ਨੂੰ ਜਿਹੜਾ ਹੈ ਨਾ, ਕਹਿ ਲਓ ਕਿ ਖੰਘ ਇੱਕਦਮ ਜਿਹੜੀ ਛਿੜਦੀ ਹੁੰਦੀ ਨਾ, ਉੱਥੋਂ ਲੱਗ ਜਾਂਦਾ ਕਹਿ ਲਓ ਜਿਹੜਾ। ਫਿਰ ਛੇਤੀ ਕਿਤੇ ਰੋਕਦੀ ਨਹੀਂ ਉਹ ਖੰਘ, ਕੋਈ ਮਿੱਠਾ ਖਾਓ ਜਾਂ ਫਿਰ ਪਾਣੀ ਪੀਓ ਤਾਂ ਕਿਤੇ ਉਹ ਰੁਕਦੀ ਹੈ। ਤੇ ਉਹ ਆ ਕੇ ਕਹਿਣ ਲੱਗਾ, ਭਾਈ ਮੈਨੂੰ ਥੋੜਾ ਸ਼ਹਿਦ ਦੇ ਦੇ, ਕਿਉਂਕਿ ਇਹ ਖੰਘ ਛਿੜ ਗਈ ਹੈ, ਛੇਤੀ ਹਟਣੀ ਨਹੀਂ। ਕਹਿਣ ਲੱਗਾ ਮੈਂ ਕਿਉਂ ਦਵਾਂ ਭਾਈ, ਇਹ ਤੇ ਗੁਰੂ, ਬੱਚੇ ਨੂੰ ਬਾਹਰ ਲੈ ਜਾਓ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕਰਨਾ ਹੈ, ਤੁਹਾਨੂੰ ਮੈਂ ਨਹੀਂ ਦੇ ਸਕਦਾ। ਚਲੋ ਜਿਵੇਂ ਕਿਵੇਂ ਉਹਨੇ ਸਮਾਂ ਆਪਣਾ ਜਿਹੜਾ ਲਗਾਇਆ ਹੈ, ਗੁਰੂ ਚਰਨਾਂ ਵਿੱਚ ਪਹੁੰਚੇ ਨੇ। ਤੇ ਉਹ ਸਿੱਖ ਜਿਹੜਾ ਹੈ ਬੜਾ ਖੁਸ਼ ਹੈ ਕਿ ਮੈਂ ਸ਼ਹਿਦ ਲੈ ਕੇ ਆਇਆ, ਅਰਪਣ ਕੀਤਾ। ਮਾਲਕ ਜੀ ਭੇਟ ਸਾਡੀ ਸਵੀਕਾਰ ਕਰੋ ਤੁਸੀਂ। ਸਤਿਗੁਰੂ ਜੀ ਕਹਿੰਦੇ ਇਹ ਭੇਟ ਸਾਡੇ ਹੁਣ ਲਾਇਕ ਨਹੀਂ, ਛਕਣ ਦੇ ਲਾਇਕ ਨਹੀਂ। ਕੀ ਹੋਇਆ ਹੈ ਜੀ? ਮੈਂ ਤੇ ਹੱਥੀਂ ਛੋ ਕੇ ਲਿਆਂਦਾ ਹੈ, ਸ਼ਹਿਦ ਤਾਜ਼ਾ ਹੈ। ਕਹਿਣ ਲੱਗੇ ਖੋਲ ਕੇ ਵੇਖ। ਖੋਲਿਆ, ਕੁਝ ਕਿਰਮ ਚੱਲ ਰਹੇ ਸਨ, ਕੀੜੇ। ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਲਿਆ ਜਦੋਂ ਤੇ ਤੂੰ ਮੰਗਿਆ ਸੀ ਉਦੋਂ ਤੂੰ ਮਨਾ ਕਰਤਾ, ਤੇ ਹੁਣ ਅਰਪਣ ਕਰਕੇ ਤੂੰ ਕੀ ਚਾਹੁੰਦਾ? ਇਸ਼ਾਰਾ ਇਹ ਸੀ ਕਿ ਮੈਂ ਕੇਵਲ ਇੱਥੇ ਹੀ ਨਹੀਂ, ਸਿੱਖ ਅੰਦਰ ਵੀ ਬੈਠਾ, ਕਦੋਂ ਪਰਖ ਹੋ ਜਾਣੀ ਸਾਡੀ ਸਾਨੂੰ ਨਹੀਂ ਪਤਾ। ਇਸ ਕਰਕੇ ਜਿਹੜਾ ਹੈ ਨਾ, ਧਰਮ ਦੀ ਕਮਾਈ ਕੋਈ ਸੌਖੀ ਨਹੀਂ ਹੈ। ਆਪਾਂ ਕਹਿ ਲਈਏ ਕਿ ਸੌਖੀ ਹੈ, ਨਹੀਂ ਸੌਖੀ ਹੈ। ਸਤਿਗੁਰ ਕੀ ਸੇਵਾ ਗਾਖੜੀ, ਸੁਖਾਲੀ ਵੀ ਕਿਹਾ ਪਰ ਗਾਖੜੀ ਵੀ ਕਿਹਾ, ਬੜੀ ਔਖੀ ਹੈ ਕਮਾਉਣੀ, ਹਰ ਕੋਈ ਨਹੀਂ ਕਮਾ ਸਕਦਾ। ਜਦੋਂ ਮੰਗਿਆ ਸੀ ਉਦੋਂ ਦਿੱਤਾ ਨਹੀਂ, ਹੁਣ ਅਰਪਣ ਕਰਕੇ ਕੀ ਚਾਹੁੰਦਾ ਹੈ? ਹੁਣ ਇੱਥੇ ਵੀ ਸਤਿਗੁਰੂ ਜੀ ਇੱਕੋ ਗੱਲ ਸਮਝਾ ਰਹੇ ਨੇ, ਭਾਈ ਅਸਲ ਦੇ ਵਿੱਚ ਸੇਵਾ ਕਰੋ, ਗੁਰੂ ਪ੍ਰਸੰਨ ਹੋ ਜਾਏਗਾ। ਵਿੱਚ ਦੁਨੀਆ ਸੇਵ ਕਮਾਈ ਹੈ, ਮਾਲਕ ਨੇ ਤੇ ਇਹ ਕਿਹਾ ਨਹੀਂ ਆ ਕੇ ਮੇਰੇ ਕੋਲ ਸੇਵਾ ਕਰੋ। ਇੱਥੇ ਦੁਨੀਆ ਵਿੱਚ ਵਿਚਰੋ, ਸੇਵਾ ਕਰੋ, ਗੁਰੂ ਪਰਮਾਤਮਾ ਤੁਹਾਡੇ ਤੇ ਤਰੁੱਠੇਗਾ। ਬਸ ਸੇਵਾ ਕਰਨ ਦੀ ਜਾਚ ਸਾਨੂੰ ਆ ਜਾਵੇ। सुन उपदेश कमावन कीन, तरियो प्रेम सिखी पद लीन। ਇਸ ਪ੍ਰਕਾਰ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਨਾ ਉਹਨੇ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਬਸ ਇਹੋ ਹੀ ਖਾਸੀਅਤ ਸੀ ਉਸ ਸਮੇਂ ਦੇ ਸ਼ਰਧਾਲੂਆਂ ਦੇ ਅੰਦਰ, ਜਗਿਆਸੂਆਂ ਦੇ ਅੰਦਰ, ਸਿੱਖਾਂ ਦੇ ਅੰਦਰ। ਕਿਉਂਕਿ ਸਿੱਖ ਦਾ ਅਰਥ ਹੀ ਹੈ ਜਿਹੜਾ ਸਿੱਖਣ ਆ ਰਿਹਾ ਹੈ। ਇਹ ਮਤਾ ਸਮਝਿਓ ਕਿ ਹਾਂ ਵੱਖ-ਵੱਖ ਕਿੱਤਿਆਂ ਦੇ ਅਸੀਂ ਬੈਠੇ ਹੋਏ ਹਾਂ,
ਸਿੱਖਾਂ ਦਾ ਨਾਂ ਕਿਉਂ? ਅਸਲ ਦੇ ਵਿੱਚ ਸਿੱਖ ਦਾ ਅਰਥ ਹੀ ਗੁਰੂ ਕੀ ਬਾਣੀ ਕਹਿੰਦੀ ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਏ ਪਾਰ। ਤੁਸੀਂ ਸਿੱਖਿਆ ਕਮਾ ਲਈ, ਤੁਸੀਂ ਸਿੱਖ ਹੋ ਗਏ। ਇਸ ਕਰਕੇ ਉਹਨਾਂ ਨੇ ਉਸ ਸਮੇਂ ਤੋਂ ਹੀ ਅਮਲ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਥੋੜ੍ਹਾ ਸਮਾਂ ਲੈਂਦੇ ਹਾਂ, ਫਿਰ ਜੰਜਾਲਾਂ ਵਿੱਚ ਪੈ ਜਾਂਦੇ ਹਾਂ ਜਾ ਕੇ। ਇੱਥੇ ਬੈਠਿਆਂ ਹੀ ਮਨ ਨਹੀਂ ਅਸੀਂ ਬਣਾਉਂਦੇ, ਕੋਈ ਨਹੀਂ ਸੁਣ ਲਿਆ ਚੇਤੇ ਰਿਹਾ ਤੇ ਅਸੀਂ ਘਰ ਤੱਕ ਜਾ ਕੇ ਕੁਝ ਜਿਹੜਾ ਹੈ ਨਾ ਰਿਪੀਟ ਕਰਾਂ, ਕਿਉਂਕਿ ਹਰ ਇੱਕ ਚੀਜ਼ ਦਾ ਨਾ ਰਿਵੀਜ਼ਨ ਕਹਿ ਲਓ ਕਿ ਉਹਨੂੰ ਰਿਪੀਟ ਕਰਨਾ ਜ਼ਰੂਰੀ ਹੁੰਦਾ ਹੈ। ਉਹਦਾ ਦੁਬਾਰਾ ਜਿਹੜਾ ਹੈ ਅਭਿਆਸ ਕਰਨਾ ਜਿਹੜਾ ਨਾ ਬਹੁਤ ਜ਼ਰੂਰੀ ਹੈ। ਕੋਈ ਵੀ ਚੀਜ਼ ਇੱਥੋਂ ਪੜ੍ਹ ਕੇ ਜਾਓ, ਸੁਣ ਕੇ ਜਾਓ, ਸਮਝ ਕੇ ਜਾਓ, ਉਹ ਰਸਤੇ ਵਿੱਚ ਜਾਂਦਿਆਂ ਜਾਂ ਘਰੇ ਬੈਠ ਕੇ ਉਸ ਚੀਜ਼ ਦੀ ਵਿਚਾਰ ਇੱਕ ਵਾਰ ਫਿਰ ਕਰਿਆ ਕਰੋ ਕਿ ਅੱਜ ਅਸੀਂ ਆਹ ਸੁਣਿਆ ਸੀ, ਸਾਡੇ ਪੱਲੇ ਤੇ ਹੈ ਹੀ ਨਹੀਂ, ਹੈਗਾ ਤੇ ਮੁਬਾਰਕ ਹੈ। ਕਿਉਂਕਿ ਮਨ ਨਾਲ ਸਲਾਹ ਕਰਾਂਗੇ ਅਸੀਂ ਨਾ, ਅੰਦਰ ਨਾਲ ਸਲਾਹ ਕਰਾਂਗੇ, ਫਿਰ ਫੁਰਨੇ ਇਹੋ ਹੀ ਉੱਠਣਗੇ ਕੀ ਹੈਗਾ ਹੈ ਮੇਰੇ ਕੋਲ, ਕੀ ਨਹੀਂ ਹੈਗਾ। ਕਿਉਂਕਿ ਜਦੋਂ ਅਸੀਂ ਡਿਸਕਸ ਨਹੀਂ ਕਰਨੀ, ਕੋਈ ਵਿਚਾਰ ਨਹੀਂ ਕਰਨੀ, ਕੋਈ ਇਸ ਗੱਲ ਨੂੰ ਰਿਪੀਟ ਨਹੀਂ ਕਰਨਾ ਜਾ ਕੇ, ਨਾ ਆਪ ਸਮਝਣਾ, ਨਾ ਅਸੀਂ ਘਰੇ ਜਾ ਕੇ ਕੋਈ ਸ਼ੇਅਰ ਕਰਨਾ ਕਿ ਅਸੀਂ ਆਹ ਸਿੱਖ ਕੇ ਆਏ ਅੱਜ ਸਿੱਖਿਆ ਇਤਿਹਾਸ ਵਿੱਚੋਂ ਮਿਲੀ ਹੈ, ਤੇ ਕਿੰਨਾ ਕੁ ਅਸੀਂ ਅਮਲ ਕਰ ਰਹੇ ਹਾਂ, ਕਿੰਨਾ ਕੁ ਨਹੀਂ, ਉਹ ਆਪਣੇ ਆਪ ਹੀ ਸਮਝ ਆ ਜਾਏਗੀ। ਆਪ ਵੀ ਉਸ ਚੀਜ਼ ਨੂੰ ਰਿਪੀਟ ਕਰੋ, ਕਿਉਂਕਿ ਯਾਦ ਹੋਏਗਾ। ਜਿਹੜੀ ਚੀਜ਼ ਯਾਦ ਦੇ ਵਿੱਚ ਬੈਠ ਜਾਂਦੀ, ਫਿਰ ਜਦੋਂ ਕਰਮ ਕਰੋਗੇ ਨਾ ਕੋਈ, ਫਿਰ ਤੁਹਾਨੂੰ ਉਹੀ ਚੀਜ਼ ਯਾਦ ਆਏਗੀ, ਸਾਹਮਣੇ ਆਏਗੀ ਕਿ ਮੈਂ ਇਸ ਚੀਜ਼ ਨੂੰ ਕਰ ਰਿਹਾ, ਇਹ ਗਲਤ ਹੈ ਜਾਂ ਸਹੀ ਹੈ। ਪਰ ਜਦੋਂ ਯਾਦ ਹੀ ਨਹੀਂ ਕਰਨਾ ਮਨੁੱਖ ਨੇ, ਤੇ ਫਿਰ ਜਿਹੜਾ ਹੈ ਇਹ ਚੀਜ਼ ਭਾਵ ਉਹ ਸੁਣਿਆ ਹੋਇਆ ਜਾਂ ਪੜ੍ਹਿਆ ਹੋਇਆ ਜਾਂ ਸਮਝਿਆ ਹੋਇਆ ਇੱਕ ਕੰਨ ਰਸ ਬਣ ਜਾਂਦਾ ਹੈ, ਹੋਰ ਕੁਝ ਨਹੀਂ ਹੋ ਜਾਂਦਾ। ਇਸ ਕਰਕੇ ਭਾਈ ਧੀਂਗਾ ਨਾਈ ਨੇ ਕੀ ਕੀਤਾ ਹੈ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪ੍ਰੇਮ ਧਾਰਨ ਕਰਕੇ ਸਿੱਖੀ ਦੀ ਪਦਵੀ ਉਹਨੇ ਪ੍ਰਾਪਤ ਕੀਤੀ ਹੈ। ਸਭ ਕੁਟੰਬ ਕੋ ਪਇਓ ਉਧਾਰ, ਜਿਮ ਕਾਸ਼ਟ ਸੇ ਲੋਹੋ ਪਾਰ। ਆਪ ਵੀ ਤਰਿਆ, ਸਾਰੇ ਪਰਿਵਾਰ ਦਾ ਉਧਾਰ ਹੋ ਗਿਆ। ਕਿਵੇਂ? ਨਾਲ ਲੋਹਾ ਵੀ ਤਰ ਜਾਂਦਾ ਹੈ, ਪਰ ਲੱਕੜ ਦੇ ਨਾਲ ਤੁਸੀਂ ਤਾਰੋਗੇ ਤਾਂ ਤਰ ਜਾਏਗਾ। ਉਸੇ ਪ੍ਰਕਾਰ ਅਵਸਥਾ ਐਸੀ ਬਣਾ ਲਈਏ ਕਿ ਅਸੀਂ ਆਪ ਵੀ ਤਰਨ ਯੋਗੇ ਹੋ ਜਾਈਏ, ਤੇ ਜਦੋਂ ਸਾਨੂੰ ਤਰਨਾ ਆ ਜਾਏਗਾ ਤੇ ਮਾਲਕ ਕਿਰਪਾ ਕਰ ਦੇਗਾ, ਤਾਰਨ ਦੇ ਸਮਰੱਥ ਵੀ ਬਣਾ ਦਿੰਦਾ ਹੈ। ਮੰਨੇ ਤਰੇ ਤਾਰੇ ਗੁਰਸਿੱਖ, ਗੁਰੂ ਆਪ ਤਰਦਾ ਹੈ, ਹੋਰਨਾਂ ਨੂੰ ਤਾਰਨ ਦੇ ਸਮਰੱਥ ਹੈ ਉਹ। ਤੇ ਜੇ ਅਸੀਂ ਵੀ ਤਰਨ ਜੋਗੇ ਹੋ ਜਾਵਾਂਗੇ, ਸਾਨੂੰ ਵੀ ਤਰਨਾ ਆ ਜਾਏਗਾ, ਤੇ ਅਸੀਂ ਵੀ ਜਿਹੜਾ ਹੈ ਨਾ ਫਿਰ ਆਪਣੇ ਪਰਿਵਾਰ ਨੂੰ ਤਾਰ ਸਕਦੇ ਹਾਂ। ਇਸ ਲਈ ਤਰਲਾ ਲਓ ਗੁਰੂ ਚਰਨਾਂ ਵਿੱਚ, ਮਾਲਕ ਜੀ ਇਹ ਜੰਜਾਲਾਂ ਵਿੱਚੋਂ ਨਹੀਂ ਛੁੱਟਿਆ ਜਾਂਦਾ, ਇਹ ਮੋਹ ਮਾਇਆ ਦੇ ਵਿੱਚੋਂ ਸਾਡੀ ਸੁਰਤ ਜਿਹੜੀ ਹੈ ਉਹ ਨਹੀਂ ਬਾਹਰ ਨਿਕਲ ਰਹੀ, ਤੇ ਹੱਥ ਜੋੜ ਕੇ ਇਹੋ ਹੀ ਅਰਜ਼ੋਈ ਹੈ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ। ਮੈਂ ਅਜਾਨ ਜਨ ਤਰਬੇ ਨ ਜਾਨੂ, ਮੋਕੋ ਬਾਹ ਦੇ ਬਾਪ ਬੀਠੁਲਾ। ਸਾਨੂੰ ਨਹੀਂ ਤਰਨਾ ਆਉਂਦਾ, ਕਿਰਪਾ ਕਰ ਆਪਣੀ ਬਾਂਹ ਸਾਨੂੰ ਫੜਾ, ਅਸੀਂ ਤੁਹਾਡੀ ਬਾਂਹ ਪਕੜ ਕੇ ਤੁਹਾਡਾ ਆਸਰਾ ਲੈ ਕੇ ਇਸ ਭਵਜਲ ਤੋਂ ਅਸੀਂ ਤਰ ਜਾਈਏ। ਗੁਰੂ ਕਿਰਪਾ ਕਰੇ, ਬਚਨ ਹਿਰਦਿਆਂ ਵਿੱਚ ਵਸਣ ਜੀ। ਅਗਲੇਰਾ ਪ੍ਰਸੰਗ ਜਿਹੜਾ ਹੈ ਭਾਈ ਪਾਰੋ ਚੁਲਕਾ ਜੀ, ਉਹ ਆਪਾਂ ਕੱਲ੍ਹ ਇਹਨਾਂ ਦਾ ਇਤਿਹਾਸ ਵਾਚਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।